प्यारे बच्चों ਤੁਹਾਡਾ ਸਵਾਗਤ ਹੈ ਚੰਡੀਗੜ੍ਹ ਕੰਪੀਟੀਟਿਵ ਕਲਾਸਿਸ ਦੇ ਵਿੱਚ। ਅੱਜ ਆਪਾਂ ਜਿਹੜੇ ਪੇਪਰਾਂ ਦੇ ਵਿੱਚ ਆਪਣੇ ਰਿਪੀਟ ਹੁੰਦੇ ਜਿਹੜਾ ਆਪਣਾ ਪੀਐਸ ਟੈਟ ਪੇਪਰ ਆ ਉਹਦੇ ਵਿੱਚ ਬਹੁਤ ਵਾਰ ਕੁਐਸਚਨ ਹੀ ਰਿਪੀਟ ਹੁੰਦੇ ਆ। ਇਹ ਕੁਐਸਚਨ ਨੂੰ ਅੱਜ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲ ਫਸਟ ਕੁਐਸਚਨ ਆ, ਦੇਖੋ ਆਪਾਂ ਪੜ੍ਹਦੇ ਹਾਂ ਕਿ ਆਪਣੇ ਕੋਲੇ ਜਿਹੜੇ 50 ਵਿਦਿਆਰਥੀ ਨੇ ਇੱਕ ਜਮਾਤ ਦੇ ਵਿੱਚ, ਉਹਨਾਂ ਦੇ ਵਿੱਚੋਂ ਕੀ ਆ ਕਿ 30 ਵਿਦਿਆਰਥੀ ਉਹ ਨੇ ਜਿਹੜੇ ਹਿੰਦੀ ਪੜ੍ਹਦੇ ਆ, 25 ਵਿਦਿਆਰਥੀ ਉਹ ਨੇ ਜਿਹੜੇ ਇੰਗਲਿਸ਼ ਪੜ੍ਹਦੇ ਨੇ ਆਪਣੇ ਕੋਲ, ਜਿਹਨੂੰ ਆਪਾਂ ਇੰਗਲਿਸ਼ ਕਿਹਾ ਅੰਗਰੇਜ਼ੀ ਪੜ੍ਹ ਰਹੇ ਨੇ, ਅਤੇ 11 ਵਿਦਿਆਰਥੀ ਉਹ ਹਨ ਜਿਹੜੇ ਹਿੰਦੀ ਅਤੇ ਇੰਗਲਿਸ਼ ਦੋਵੇਂ ਪੜ੍ਹਦੇ ਹਨ। ਆਪਾਂ ਨੂੰ ਪੁੱਛ ਰਿਹਾ ਉਹਨਾਂ ਵਿਦਿਆਰਥੀਆਂ ਦੀ ਸੰਖਿਆ ਦੱਸੋ ਜਿਹੜੇ ਇਹਨਾਂ ਵਿੱਚੋਂ ਦੋਵੇਂ ਭਾਸ਼ਾ ਨਹੀਂ ਪੜ੍ਹਦੇ। ਦੇਖੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹਦੇ ਲਈ ਆਪਾਂ ਨੂੰ ਬਣਾਉਣਾ ਹੋਵੇ ਤਾਂ ਆਪਾਂ ਦੀ ਡਾਇਗਰਾਮ ਬਣਾਉਣਾ ਇਸ ਤਰ੍ਹਾਂ ਕਿ ਦੇਖੋ ਆਪਣੇ ਕੋਲੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਚੈੱਕ ਕਰਨਾ, ਆਪਾਂ ਇਹ ਚੈੱਕ ਕਰਨਾ ਦੇਖੋ ਜਿਹੜੇ ਦੋਵੇਂ ਸਬਜੈਕਟ ਪੜ੍ਹਦੇ ਆ, ਜਿਹੜੇ ਨਾਲੇ ਇੰਗਲਿਸ਼ ਪੜ੍ਹਦੇ ਆ ਨਾਲੇ ਆਪਣੇ ਕੋਲ ਹਿੰਦੀ ਪੜ੍ਹਦੇ ਆ, ਉਹ ਕਿੰਨੇ ਵਿਦਿਆਰਥੀ ਨੇ? ਉਹ 11। ਆਪਾਂ ਲਿਖਾਂਗੇ 11। ਇਹਦੇ ਵਿੱਚ ਜਦੋਂ ਆਪਾਂ ਡਾਇਗਰਾਮ ਬਣਾਉਣੀ ਹੈ, ਦੇਖੋ ਡਾਇਗਰਾਮ ਆਪਾਂ ਇਸ ਤਰ੍ਹਾਂ ਬਣਾ ਰਹੇ ਹਾਂ, ਇੱਕ ਸਾਈਡ ਤਾਂ ਆਪਾਂ ਹਿੰਦੀ ਦੀ ਡਾਇਗਰਾਮ ਬਣਾ ਰਹੇ ਹਾਂ, ਇੱਕ ਸਾਈਡ ਆਪਾਂ ਇੰਗਲਿਸ਼ ਦੀ ਡਾਇਗਰਾਮ ਬਣਾ ਰਹੇ ਹਾਂ, ਠੀਕ ਆ। ਉਹਦੇ ਵਿੱਚ ਆਪਾਂ ਕੀ ਲਿਖ ਰੱਖਿਆ ਗਾ ਕਿ ਜਿਹੜੇ ਵਿਦਿਆਰਥੀ ਦੋਵੇਂ ਸਬਜੈਕਟ ਪੜ੍ਹਦੇ ਆ ਉਹਨਾਂ ਨੂੰ ਆਪਾਂ ਵਿਚਾਲੇ ਲਿਖਿਆ ਗਾ, ਤਾਂ ਕਿ ਉਸ ਤੋਂ ਬਾਅਦ ਦੂਸਰੇ ਆਪਣੇ ਕੋਲ ਦੇਖੋ ਕਿਹਾ ਗਿਆ ਕਿ 30 ਵਿਦਿਆਰਥੀ ਉਹ ਨੇ ਜਿਹੜੇ ਹਿੰਦੀ ਪੜ੍ਹਦੇ ਆ। ਹੁਣ ਦੇਖੋ ਆਪਣੇ ਕੋਲੇ 30 ਵਿਦਿਆਰਥੀ ਉਹ ਨੇ ਜਿਹੜੇ ਹਿੰਦੀ ਪੜ੍ਹਦੇ ਆ, 11 ਵਿਦਿਆਰਥੀ ਤਾਂ ਉਹ ਹੀ ਆਏ ਜਿਹੜੇ ਦੋਨੇ ਸਬਜੈਕਟ ਪੜ੍ਹਦੇ ਆ। ਜਿਹੜੇ ਵਿਦਿਆਰਥੀ ਦੋਨੇ ਸਬਜੈਕਟ ਪੜ੍ਹਦੇ ਆ ਉਹ ਹਿੰਦੀ ਆਪਣੇ ਆਪ ਪੜ੍ਹਦੇ ਹੋਣਗੇ। ਹੁਣ ਦੇਖੋ ਅਗਰ 11 ਵਿਦਿਆਰਥੀ ਆ ਨੇ, ਟੋਟਲ ਵਿਦਿਆਰਥੀ ਹਿੰਦੀ ਦੇ ਕਿੰਨੇ ਨੇ? 30। ਤਾਂ ਉਰੇ ਕਿੰਨੇ ਰਹਿ ਜਾਣਗੇ ਆਪਣੇ ਕੋਲੇ? 19 ਵਿਦਿਆਰਥੀ, ਕਿਉਂਕਿ ਅਗਰ ਆਪਾਂ ਦੋਵਾਂ ਨੂੰ ਜੋੜਾਂਗੇ ਤਾਂ ਕਿੰਨੇ ਬਣਨਗੇ ਆਪਣੇ ਕੋਲੇ? 30 ਬਣਨਗੇ। ਉਸ ਤੋਂ ਬਾਅਦ ਆਪਾਂ ਦੂਸਰੀ ਡਾਇਗਰਾਮ ਦੇਖਦੇ ਹਾਂ ਆਪਾਂ ਇੰਗਲਿਸ਼ ਦੇ ਵਿੱਚ। ਦੇਖੋ ਆਪਣੇ ਕੋਲ 11 ਵਿਦਿਆਰਥੀ ਉਹ ਨੇ ਜਿਹੜੇ ਹਿੰਦੀ ਪੜ੍ਹਦੇ ਨਾਲ ਇੰਗਲਿਸ਼ ਪੜ੍ਹਦੇ ਆ, ਤਾਂ ਉਹਦੇ ਵਿੱਚ ਕੀ ਆ ਜਿਹੜੇ 11 ਦੇ ਵਿੱਚੋਂ ਆ ਉਹ ਇੰਗਲਿਸ਼ ਦੇ ਵਿੱਚ ਆਪਣੇ ਆਪ ਹੀ ਆ ਗਏ। ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਆਪਣੇ ਕਿੰਨੇ ਵਿਦਿਆਰਥੀ ਨੇ? 25। ਦੇਖੋ 11 ਆਸੇ ਤੇ 14 ਹੋਰ ਕਰਾਂਗੇ ਤਾਂ ਕਿੰਨੇ ਹੋ ਗਏ? 25। ਹੁਣ ਆਪਣੇ ਕੋਲ ਜਿਹੜੀ ਆਹ ਵਾਲੀ ਡਾਇਗਰਾਮ ਬਣ ਗਈ, ਇਹਦੇ ਵਿੱਚ ਆਪਣੇ ਕੋਲ ਕੀ ਆਏਗਾ? ਉਹ ਵਿਦਿਆਰਥੀ ਆ ਗਏ ਕਿ ਜਿਹੜੇ ਕੁਛ ਨਾ ਕੁਛ ਪੜ੍ਹਦੇ ਆ, ਚਾਹੇ ਉਹ ਇੰਗਲਿਸ਼ ਪੜ੍ਹਦੇ ਆ, ਚਾਹੇ ਉਹ ਹਿੰਦੀ ਪੜ੍ਹਦੇ ਆ, ਚਾਹੇ ਉਹ ਦੋਨੇ ਸਬਜੈਕਟ ਪੜ੍ਹਦੇ ਆ। ਪਰ ਆਪਾਂ ਤੋਂ ਕੁਐਸਚਨ ਇਹ ਪੁੱਛਿਆਗਾ ਵੀ ਉਹਨਾਂ ਵਿਦਿਆਰਥੀਆਂ ਦੀ ਸੰਖਿਆ ਦੱਸੋ ਕਿ ਜਿਹੜੇ ਇਹਨਾਂ ਵਿੱਚੋਂ ਦੋਵੇਂ ਭਾਸ਼ਾਵਾਂ ਨਹੀਂ ਪੜ੍ਹਦੇ। ਪਹਿਲਾਂ ਆਪਾਂ ਜੋੜਦੇ ਹਾਂ, ਦੇਖੋ ਇਹ ਕਿੰਨਾ ਜੋੜ ਬਣਦਾ ਇਹਨਾਂ ਦਾ। ਦੇਖੋ 14 ਤੇ 11 ਕਿੰਨਾ ਹੁੰਦਾ? 25। 25 ਦੇ ਨਾਲ ਆਪਾਂ ਜਦੋਂ 19 ਜੋੜਾਂਗੇ ਤਾਂ ਆਪਣੇ ਕੋਲ ਕਿੰਨਾ ਆਊਗਾ? 14। ਆ ਕਿੰਨਾ ਕਿ 3 ਤੇ 1 4, ਆਪਣੇ ਕੋਲ ਕਿੰਨਾ ਆ ਗਿਆ? 44। 44 ਵਿਦਿਆਰਥੀ ਆਪਣੇ ਕੋਲ ਉਹ ਵਾਲੇ ਆ ਗਏ ਜਿਹੜੇ ਕੋਈ ਨਾ ਕੋਈ ਸਬਜੈਕਟ ਪੜ੍ਹਦੇ ਨੇ। ਆਪਾਂ ਨੂੰ ਪੁੱਛਿਆ ਜਿਹੜੇ ਸਬਜੈਕਟ ਕੁਝ ਵੀ ਨਹੀਂ ਪੜ੍ਹਦੇ, ਕੋਈ ਵੀ ਭਾਸ਼ਾ ਨਹੀਂ ਪੜ੍ਹਦੇ। ਦੇਖੋ ਹੁਣ ਆਪਾਂ ਟੋਟਲ ਕਿੰਨੇ ਵਿਦਿਆਰਥੀ ਨੇ? 50। ਪਰ ਉਹਦੇ ਵਿੱਚੋਂ 44 ਵਿਦਿਆਰਥੀ ਕੀ ਨੇ? ਜਿਹੜੇ ਕੋਈ ਨਾ ਕੋਈ ਸਬਜੈਕਟ ਪੜ੍ਹ ਰਹੇ ਨੇ। ਕਿਹੜੇ ਵਿਦਿਆਰਥੀ ਰਹਿ ਗਏ? 6। 6 ਉਹ ਵਿਦਿਆਰਥੀ ਰਹਿ ਗਏ ਜਿਹੜੇ ਕੋਈ ਵੀ ਸਬਜੈਕਟ ਨਹੀਂ ਪੜ੍ਹਦੇ, ਨਾ ਹੀ ਉਹ ਇੰਗਲਿਸ਼ ਪੜ੍ਹਦੇ ਆ ਨਾ ਹੀ ਉਹ ਹਿੰਦੀ ਪੜ੍ਹਦੇ ਆ। ਇਸ ਨੂੰ ਆਪਾਂ ਇਸ ਤਰ੍ਹਾਂ ਸੋਲਵ ਕਰਾਂਗੇ, ਇਸ ਤਰ੍ਹਾਂ ਆਪਾਂ ਡਾਇਗਰਾਮ ਬਣਾ ਕੇ, ਠੀਕ ਆ। ਉਸ ਤੋਂ ਆਪਾਂ ਅਗਲਾ ਚੈੱਕ ਕਰਦੇ ਹਾਂ ਸਵਾਲ। ਦੇਖੋ ਦੂਸਰਾ ਸਵਾਲ ਦੇਖੋ ਆਪਣੇ ਕੋਲੇ। ਦੇਖੋ ਦੂਸਰੇ ਸਵਾਲ ਦੇ ਵਿੱਚ ਕੀ ਦਿੱਤਾ ਹੋਇਆਗਾ ਕਿ ਆਪਣੇ ਕੋਲੇ ਇੱਕ ਪਾਣੀ ਦਾ ਡਰਮ ਹੈ, ਉਹ ਪਾਣੀ ਦੇ ਡਰਮ ਦਾ 3/5, ਪਾਣੀ ਦੇ ਡਰਮ ਦਾ 3/5 ਭਾਗ ਕੀ ਆ? ਫਿਲ ਕੀਤਾ ਹੋਇਆ, ਭਰਿਆ ਹੋਇਆਗਾ। ਦੇਖੋ ਮੰਨ ਲਓ ਆਪਣੇ ਕੋਲੇ 3/5 ਦਾ ਮਤਲਬ ਇਹ ਆ ਕਿ ਇੱਕ ਆਪਣਾ ਡਰਮ ਹੈ ਪੂਰਾ, ਜੇ ਉਹਨੂੰ ਆਪਾਂ 5 ਪਾਰਟਾਂ ਦੇ ਵਿੱਚ ਵੰਡਦੇ ਹਾਂ, 1 2 3 4 5, ਤਾਂ ਉਹਦੇ ਵਿੱਚੋਂ ਕਿੰਨੇ ਆ? 3 ਪਾਰਟ ਇਹਦੇ 'ਚ ਫਿਲ ਕੀਤੇ ਹੋਏ ਨੇ, 2 ਪਾਰਟ ਖਾਲੀ ਨੇ। ਟੋਟਲ ਪਾਰਟ ਕਿੰਨੇ ਨੇ? 5। 3 ਪਾਰਟ ਕੀ ਆ ਉਹਦੇ 'ਚੋਂ ਭਰੇ ਹੋਏ ਨੇ। ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਪਾਣੀ ਦੇ ਡਰਮ ਦੇ ਵਿੱਚੋਂ ਆਪਾਂ 38 ਲੀਟਰ ਪਾਣੀ ਬਾਹਰ ਕੱਢ ਲਿਆ। ਕਿੰਨੇ ਲੀਟਰ ਬਾਹਰ ਕੱਢਿਆਗਾ? 38 ਲੀਟਰ। ਅਗਰ ਆਪਾਂ 30 ਲੀਟਰ ਪਾਣੀ ਬਾਹਰ ਕੱਢ ਲਿਆ, ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਡਰਮ ਦਾ ਭਰਿਆ ਹੋਇਆਗਾ ਉਹ ਕਿੰਨਾ ਪਾਰਟ ਰਹਿ ਗਿਆ? 1/8 ਪਾਰਟ ਕਿੰਨਾ ਰਹਿ ਗਿਆ ਆਪਣੇ ਕੋਲ? 1/8। ਦੇਖੋ ਹੁਣ ਜਦੋਂ ਆਪਣੇ ਕੋਲ ਡਰਮ ਭਰਿਆ ਹੋਇਆ ਸੀ ਉਹ ਕਿੰਨਾ ਸੀ? 3/5। ਜਦੋਂ ਇਹਦੇ 'ਚ ਆਪਾਂ 38 ਲੀਟਰ ਪਾਣੀ ਬਾਹਰ ਕੱਢ ਲਿਆ ਤਾਂ ਆਪਣੇ ਕੋਲ ਕਿੰਨਾ ਰਹਿ ਗਿਆ? 1/8। ਹੁਣ ਦੇਖੋ ਇਹਦੇ ਵਿੱਚ ਕੀ ਹੁੰਦੀ ਆ, ਜਿਹੜੀ ਉੱਪਰਲੀ ਵੈਲਿਊ ਉਹ ਜਿਹੜੀ ਆਪਣੇ ਕੋਲੇ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਡਰਮ ਦੀ ਗੱਲ ਕਰਦੇ ਹਾਂ ਕਿ ਡਰਮ ਦੀ ਜੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੇ 5 ਪਾਰਟਾਂ ਦੇ ਵਿੱਚ ਆਪਾਂ ਵੰਡ ਦਈਏ ਤਾਂ ਉਹਦੇ ਵਿੱਚੋਂ 3 ਪਾਰਟ ਆਪਣੇ ਕੋਲੇ ਭਰੇ ਹੋਏ ਸੀ ਤੇ 5 ਪਾਰਟ ਟੋਟਲ ਕਿੰਨੇ ਸੀ? 5 ਪਾਰਟ। ਹੁਣ ਦੇਖੋ ਪਹਿਲਾਂ ਇਹਨੂੰ ਆਪਾਂ ਬਰਾਬਰ ਕਰਦੇ ਹਾਂ, ਜੇ ਇਹਦੀ ਆਪਾਂ 8 ਦੇ ਨਾਲ ਗੁਣਾ ਕਰਾਂਗੇ ਤਾਂ ਇਹ ਕਿੰਨਾ ਬਣ ਜੂਗਾ? ਆਪਣੇ ਕੋਲੇ 40 ਬਣ ਜੂਗਾ। ਤਾਂ ਉੱਪਰ ਵੀ ਆਪਾਂ 8 ਦੇ ਨਾਲ ਗੁਣਾ ਕਰਾਂਗੇ, ਠੀਕ ਆ। ਅਗਰ ਇਹਨੂੰ ਆਪਾਂ 5 ਦੇ ਨਾਲ ਗੁਣਾ ਕਰਾਂਗੇ ਤਾਂ ਉੱਪਰ ਵੀ ਆਪਾਂ ਕਿਹਦੇ ਨਾਲ ਗੁਣਾ ਕਰਾਂਗੇ? ਇਹਨੂੰ 5 ਨਾਲ ਕਰਾਂਗੇ, ਠੀਕ ਆ। ਦੇਖੋ 8 ਦੀ 3 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ? 24 ਬਟਾ ਕਿੰਨਾ ਬਣ ਗਿਆ? 40। ਉਸ ਤੋਂ ਬਾਅਦ ਉਧਰ ਕਿੰਨਾ ਆ ਗਿਆ? 8 ਦੀ 5 ਨਾਲ ਕਰਾਂਗੇ ਕਿੰਨਾ? 40। ਉੱਪਰ 1 ਦੀ 5 ਨਾਲ ਕਰਾਂਗੇ ਤਾਂ ਕਿੰਨਾ ਆਊਗਾ? 5। ਹੁਣ ਦੇਖੋ ਆਪਣੇ ਕੋਲ ਕੀ ਸੀ? ਆਹ ਟੋਟਲ ਪਾਰਟ ਨੇ, ਟੋਟਲ ਪਾਰਟ ਕਿੰਨੇ ਨੇ ਆਪਣੇ? 40। ਉਸ ਤੋਂ ਬਾਅਦ ਕੀ ਹੋਇਆ? 40। ਪਹਿਲਾਂ ਆਪਣੇ ਕੋਲ ਪਾਰਟ ਕਿੰਨੇ ਭਰੇ ਹੋਏ ਸੀ? 24। 24 ਭਾਗ ਆਪਾਂ ਕੀ ਹਿੱਸੇ ਉਹਦੇ ਭਰੇ ਹੋਏ ਸੀ, ਉਹਦੇ ਵਿੱਚੋਂ ਜਦੋਂ ਆਪਾਂ 38 ਲੀਟਰ ਪਾਣੀ ਬਾਹਰ ਕੱਢ ਲਿਆ ਤਾਂ 24 ਦੇ ਵਿੱਚੋਂ 5 ਲੀਟਰ ਰਹਿ ਗਏ ਆਪਣੇ ਕੋਲ, ਤਾਂ ਕਿੰਨੇ ਭਾਗ ਹੋ ਗਏ? ਜਿਹੜਾ
ਰਹਿ ਕਿੰਨੇ ਆ ਗਿਆ 24 ਦੇ ਵਿੱਚੋਂ ਅਗਰ ਆਪਾਂ 5 ਨੂੰ ਮਾਈਨਸ ਕਰੀਏ ਤਾਂ ਆਪਣੇ ਕੋਲ ਕਿੰਨੇ ਆ ਗਏ 19 ਭਾਗ ਆਪਾਂ ਕੱਢ ਲਏ। ਤਾਂ 19 ਭਾਗ ਜਿਹੜੇ ਆਪਾਂ ਕੱਢਿਆ ਉਹ ਕਿਹਦੇ ਬਰਾਬਰ ਹੈ, ਜਿੰਨਾ ਆਪਾਂ 38 ਲੀਟਰ ਪਾਣੀ ਕੱਢਿਆ। ਆਪਾਂ ਕਹਾਂਗੇ ਜਿਹੜੇ 19 ਭਾਗ ਨੇ ਉਹ ਕਿਹਦੇ ਬਰਾਬਰ, ਆਪਣੇ 38 ਲੀਟਰ ਦੇ ਭਾਗ ਦੇ ਬਰਾਬਰ। ਆਪਾਂ ਦੇਖਣਾ ਕਿ ਡਰਮ ਦੇ ਵਿੱਚ ਕੁੱਲ ਸਮਰੱਥਾ ਕਿੰਨੀ ਹੈ, ਕੁੱਲ ਕਿੰਨਾ ਪਾਣੀ ਪੈਂਦਾਗਾ। ਕੁੱਲ ਆਪਣੇ ਕੋਲ ਪਾਰਟ ਕਿੰਨੇ ਹੋਣਗੇ, ਕੁੱਲ ਹੋਣਗੇ ਆਪਣੇ ਕੋਲੇ 40। ਆਪਾਂ ਕਹਾਂਗੇ 38 ਭਾਗ ਨੇ 19 ਭਾਗ ਨੇ ਉਹ ਕਿਹਦੇ ਬਰਾਬਰ ਨੇ 38 ਦੇ ਬਰਾਬਰ। ਇੱਕ ਕਿਹਦੇ ਬਰਾਬਰ ਆ ਗਿਆ 38/19। ਜਿੰਨੇ ਆਪਾਂ ਪਾਰਟ ਕੱਢਣੇ ਹੁੰਦੇ ਆ ਉਹਦੀ ਗੁਣਾ ਕਰਦੇ ਹੁੰਦੇ ਆ। 19 ਦੂਣਾ ਕੀ ਆਊਗਾ 38, 2 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆਊਗਾ 80। ਤਾਂ ਆਪਣੇ ਕੋਲ ਜਿਹੜੇ ਉਹਦੀ ਲੀਟਰ ਡਰਮ ਦੀ ਜਿਹੜੀ ਸਮਰੱਥਾ ਗਈ ਉਹ ਕਿੰਨੀ ਆਊਗੀ, ਆਪਣੇ ਕੋਲੇ 80 ਲੀਟਰ। ਆਪਣਾ A ਵਾਲਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਸੋਲਵ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਅਗਲਾ ਸਵਾਲ ਚੈੱਕ ਕਰਦੇ ਹਾਂ। ਅਗਲੇ ਸਵਾਲ ਦੇ ਵਿੱਚ ਆਪਾਂ ਨੂੰ ਕਿਹਾ ਹੋਏਗਾ ਕਿ A ਦਾ ਹਿੱਸਾ B ਦੇ ਹਿੱਸੇ ਤੋਂ ਅਨੁਪਾਤ 3:4 ਹੈ। ਦੇਖੋ ਆਪਣੇ ਕੋਲ ਕੀ ਦਿੱਤਾ ਹੋਏਗਾ, ਆਪਣੇ ਕੋਲ ਦੇਖੋ ਇੱਕ A ਆ ਇੱਕ B ਆ, ਇੱਕ ਆਪਣੇ ਕੋਲੇ A ਗਿਵਨ ਆ, ਇੱਕ ਆਪਣੇ ਕੋਲੇ B ਆ। ਦੋਵਾਂ ਦਾ ਕੀ ਆਪਾਂ ਨੂੰ ਅਨੁਪਾਤ ਦਿੱਤਾ ਹੋਇਆ, ਅਨੁਪਾਤ ਕਿੰਨਾ ਦਿੱਤਾ ਹੋਇਆ 3:4। ਆਪਾਂ ਲਿਖਾਂਗੇ ਕਿ ਆਪਾਂ ਨੂੰ ਦਿੱਤਾ ਹੋਇਆ 3:4। ਉਸ ਤੋਂ ਬਾਅਦ ਕੀ ਆ ਆਪਾਂ ਨੂੰ B ਅਤੇ C ਦਾ ਅਨੁਪਾਤ ਦਿੱਤਾ ਹੋਇਆ ਹੈਗਾ। B ਅਤੇ C ਦਾ ਅਨੁਪਾਤ ਕਿੰਨਾ ਹੈਗਾ, ਦੇਖੋ ਇਹਨਾਂ ਨੇ ਕਿਹਾ ਹੈਗਾ ਕਿ B ਅਤੇ C ਜਿਹੜਾ B ਕੋਲੇ ਹਿੱਸਾ ਗਾ ਉਹ ਕਿੰਨਾ ਗਾ 2 ਤੇ C ਕੋਲੇ ਕਿੰਨਾ ਗਾ 3। ਆਪਾਂ ਨੂੰ ਕਿਹਾ ਹੋਏਗਾ ਟੋਟਲ C ਕੋਲੇ ਕਿੰਨਾ ਹਿੱਸਾ ਗਾ, ਆਪਣੇ ਕੋਲੇ 5 ਕੁੱਲ। ਤਾਂ ਆਪਾਂ ਕਹਾਂਗੇ B ਅਤੇ C ਦਾ ਅਨੁਪਾਤ, B ਕਿੰਨਾ ਆਪਣੇ ਕੋਲੇ 2, C ਕੋਲੇ ਕਿੰਨਾ ਆਊਗਾ 5, ਠੀਕ ਹੈ। ਹੁਣ ਦੇਖੋ ਆਪਣੇ ਕੋਲੇ A ਤੇ B ਦਾ ਅਨੁਪਾਤ ਵੀ ਦਿੱਤਾ ਹੋਇਆ, ਇੱਧਰ B ਤੇ C ਦਾ ਅਨੁਪਾਤ ਵੀ ਦਿੱਤਾ ਹੋਇਆਗਾ। ਉਸ ਤੋਂ ਬਾਅਦ ਜੇਕਰ ਕਹਿੰਦੇ ਆਪਾਂ 425 ਰੁਪਏ, ਕਿੰਨੇ ਰੁਪਏ ਨੇ 425 ਰੁਪਏ, ਇਹਨਾਂ ਵਿੱਚ ਆਪਾਂ ਟੋਟਲ ਕਿੰਨੇ ਵੰਡੇ ਨੇ 425 ਰੁਪਏ। ਆਪਾਂ ਨੂੰ ਪੁੱਛ ਰਿਹਾ ਕਿ A ਦਾ ਇਸ ਵਿੱਚ ਕਿੰਨਾ ਹਿੱਸਾ ਹੋਵੇਗਾ, A ਦਾ ਕਿੰਨਾ ਹਿੱਸਾ ਹੋਵੇਗਾ। ਆਪਾਂ ਦੇਖਦੇ ਹਾਂ, ਪਹਿਲਾਂ ਦੇਖੋ ਅਨੁਪਾਤ ਨੂੰ ਆਪਾਂ ਸਹੀ ਕਰਦੇ ਹਾਂ। ਅਗਰ ਆਪਾਂ ਅਨੁਪਾਤ ਨੂੰ ਸਹੀ ਕਰਨਾ ਆਪਾਂ ਲਿਖਣਾ A ਅਨੁਪਾਤ B ਅਨੁਪਾਤ C, ਠੀਕ ਆ। ਇਸ ਨੂੰ ਲਿਖਣਾ ਦੇਖੋ A ਤੇ B, ਆਪਾਂ ਲਿਖਿਆ A ਤੇ B, ਠੀਕ ਆ। ਉਸ ਤੋਂ ਬਾਅਦ ਕੀ ਆ B ਤੇ C, ਆਪਾਂ ਲਿਖਣਾ B ਤੇ C, ਠੀਕ ਆ। ਦੇਖੋ ਇੱਥੇ ਆਪਣੇ ਕੋਲੇ ਖਾਲੀ ਗਾ, ਇੱਥੋਂ ਜਿਹੜਾ ਨਾਲ ਲੱਗਮਾ ਉਹੀ ਫਿਲ ਕਰਨਾ ਗਾ। ਉਰੇ ਆਪਾਂ ਕਿੰਨਾ ਫਿਲ ਕਰਾਂਗੇ 2, ਜੋ ਕਿਉਂਕਿ 2 ਦੇ ਨਾਲ ਲੱਗਦਾ ਗਾ। ਇੱਥੇ ਕਿੰਨਾ ਫਿਲ ਕਰਾਂਗੇ ਆਪਾਂ 4। ਇਹਨੂੰ ਇਸ ਤਰ੍ਹਾਂ ਆਪਾਂ ਕੰਪਲੀਟ ਕਰ ਲਾਂਗੇ। ਹੁਣ ਦੇਖੋ ਅੱਗੇ ਆਪਾਂ ਨੂੰ ਚੈੱਕ ਕਰਦੇ ਹਾਂ, ਜੇ ਕਾਮਨ ਕੱਟੇ ਜਾਂਦੇ ਆ ਇਸ ਲਾਈਨ ਦੇ ਵਿੱਚ, ਕਾਮਨ ਕੱਟੇ ਜਾਂਦੇ ਆ ਇਸ ਲਾਈਨ ਦੇ ਵਿੱਚ, ਕਾਮਨ ਕੱਟੇ ਜਾਂਦੇ ਆ ਇਸ ਲਾਈਨ ਦੇ ਵਿੱਚ, ਕਾਮਨ ਕੱਟੇ ਜਾਂਦੇ ਆ, ਤਾਂ ਆਪਾਂ ਕੱਟਣੇ ਆ। ਦੇਖੋ ਆਹ 2 ਕੱਟਿਆ ਜਾਂਦਾ ਗਾ ਤੇ ਆਹ 2 ਕੱਟਿਆ ਜਾਂਦਾ। ਇੱਧਰ 2 ਨਹੀਂ ਪਰ 2 ਦੇ ਟੇਬਲ ਤੇ ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲ 4 ਨੂੰ ਕੱਟਿਆ ਤਾਂ 2 ਆ ਗਿਆ। ਹੁਣ ਦੇਖੋ A ਕਿੰਨਾ ਆ ਗਿਆ ਆਪਣੇ ਕੋਲੇ 3 ਆ ਗਿਆ, B ਕਿੰਨਾ ਆ ਗਿਆ ਆਪਣੇ ਕੋਲੇ 4 ਆ ਗਿਆ, C ਕਿੰਨਾ ਆ ਗਿਆ ਆਪਣੇ ਕੋਲੇ 10 ਆ ਗਿਆ, ਠੀਕ ਆ। ਇਹ ਆਪਣੇ ਕੋਲ ਜਿਹੜਾ A ਕੋਲੇ ਕਿੰਨੇ ਪਾਰਟ ਆ ਗਏ 3, B ਕੋਲੇ ਕਿੰਨੇ ਆ ਗਏ ਪਾਰਟ 4 ਤੇ C ਕੋਲੇ ਕਿੰਨੇ ਆ ਗਏ ਪਾਰਟ 10 ਹੋ ਗਏ। ਤੇ ਆਪਣੇ ਕੋਲ ਕੁੱਲ ਰੁਪਏ ਕਿੰਨੇ ਸੀ, ਕੁੱਲ ਰੁਪਏ ਸੀ ਆਪਣੇ ਕੋਲ 425, ਜਿਹੜੇ ਆਪਾਂ ਇਹਨਾਂ ਨੂੰ ਵੰਡਣੇ ਆ। ਕੁੱਲ ਪਾਰਟ ਆਪਣੇ ਕੋਲ ਕਿੰਨੇ ਨੇ, ਦੇਖੋ 3 ਤੇ 4 7, 7 ਤੇ 10 ਕਿੰਨੇ ਹੋ ਗਏ 17। ਤਾਂ ਕੁੱਲ ਪਾਰਟ ਕਿੰਨੇ ਨੇ ਆਪਣੇ ਕੋਲ 17। ਆਪਾਂ ਕਹਾਂਗੇ 17 ਪਾਰਟ ਕਿਹਦੇ ਬਰਾਬਰ ਨੇ 425 ਦੇ ਬਰਾਬਰ। ਇੱਕ ਪਾਰਟ ਕਿਹਦੇ ਬਰਾਬਰ ਆਊਗਾ 425 ਬਟਾ ਕਿੰਨਾ ਆਊਗਾ 17। ਦੇਖੋ ਆਪਾਂ ਕਿਹਦਾ ਹਿੱਸਾ ਪਤਾ ਕਰਨਾ, ਆਪਾਂ A ਦਾ। A ਦੇ ਕੋਲੇ ਕਿੰਨੇ ਪਾਰਟ ਨੇ 3। ਜਿਹੜੇ ਪਾਰਟ ਆਪਾਂ ਕੱਢਣੇ ਹੁੰਦੇ ਆ ਉਹਨੂੰ ਆਪਾਂ ਕੀ ਕਰਦੇ ਹੁੰਦੇ ਆ ਗੁਣਾ ਕਰਦੇ ਹੁੰਦੇ ਆ। ਹੁਣ ਦੇਖੋ ਆਪਾਂ ਕੈਂਸਲ ਕਰਦੇ ਆ 17 × 17, 17 ਦੂਣਾ ਕਿੰਨਾ ਹੁੰਦਾਗਾ 34। ਉਸ ਤੋਂ ਬਾਅਦ ਇਹ ਕਿੰਨਾ ਗਿਆ 42, ਕਿੰਨਾ ਰਹਿ ਗਿਆ 8, ਇਹ ਕਿੰਨਾ ਬਣ ਗਿਆ 85। 17 ਪਾਇਆ ਕਿੰਨਾ ਹੁੰਦਾ 85। ਤਾਂ ਇਹਨੂੰ ਕੈਂਸਲ ਕਿੰਨੇ ਤੇ ਕੀਤਾ 25 ਤੇ। 25 ਨੂੰ ਅਗਰ 3 ਦੇ ਨਾਲ ਗੁਣਾ ਕਰਾਂਗੇ 25 ਤੇ ਕਿੰਨਾ ਹੁੰਦਾ 75। ਤਾਂ ਆਪਣੇ ਕੋਲੇ ਆਨਸਰ ਕੀ ਆਊਗਾ 75। ਦੇਖੋ ਇਹਦੇ ਵਿੱਚ ਆਪਣਾ ਆਨਸਰ ਕੀ ਆਊਗਾ 75 ਵਾਲਾ, ਜੋ ਕਿ ਆਪਣੇ ਕੋਲੇ ਇਹ ਵਾਲਾ ਤੀਸਰਾ ਆਨਸਰ ਹੈ ਆਪਣੇ ਕੋਲ, ਜਿਹੜਾ ਆਨਸਰ ਆਊਗਾ 75, ਠੀਕ ਆ। ਆਪਾਂ ਅਗਲਾ ਸਮ ਚੈੱਕ ਕਰਦੇ ਹਾਂ। ਅਗਲੇ ਸਮ ਦੇ ਵਿੱਚ ਦੇਖੋ ਆਪਾਂ ਨੂੰ ਕੀ ਦਿੱਤਾ ਹੋਏਗਾ A ਅਤੇ B ਇੱਕ ਕੰਮ ਨੂੰ 15 ਦਿਨਾਂ ਵਿੱਚ ਕੰਪਲੀਟ ਕਰਦੇ ਨੇ, ਮੁਕੰਮਲ ਕਰਦੇ ਹਨ। B ਅਤੇ C 20 ਦਿਨਾਂ ਵਿੱਚ ਕੰਪਲੀਟ ਕਰਦੇ ਹਨ। C ਅਤੇ A 30 ਦਿਨਾਂ ਵਿੱਚ ਕੰਪਲੀਟ ਕਰਦੇ ਹਨ। ਇਕੱਲਾ A ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਮੁਕੰਮਲ ਕਰੂਗਾ, ਕਿੰਨੇ ਦਿਨਾਂ ਵਿੱਚ ਪੂਰਾ ਕਰੂਗਾ। ਦੇਖੋ ਇਹਦੇ ਵਿੱਚ A ਤੇ B ਦਾ ਆਪਾਂ ਨੂੰ ਦਿੱਤਾ ਹੋਏਗਾ, ਆਪਾਂ ਕਹਾਂਗੇ ਜਿਹੜਾ A ਆ ਤੇ B ਦੋਵੇਂ ਮਿਲ ਕੇ ਕਿਸੇ ਕੰਮ ਨੂੰ ਕਿੰਨੇ ਦਿਨਾਂ 'ਚ ਕਰਦੇ ਆ 15 ਦਿਨਾਂ ਦੇ ਵਿੱਚ ਕਰਦੇ ਆ। ਉਸ ਤੋਂ ਬਾਅਦ ਲਿਖਿਆ ਹੋਇਆ B ਅਤੇ
देखो ए ਅਤੇ बी ਕਿਸੇ ਕੰਮ ਨੂੰ ਮਿਲ ਕੇ ਕਿੰਨੇ ਦਿਨਾਂ ਵਿੱਚ ਕਰਦੇ ਆ 15 ਦਿਨਾਂ ਦੇ ਵਿੱਚ। ਆਪਾਂ ਕਹਾਂਗੇ ए ਅਤੇ बी ਮਿਲ ਕੇ ਕਿਸੇ ਕੰਮ ਨੂੰ ਕਰਦੇ ਆ 15 ਦਿਨਾਂ ਦੇ ਵਿੱਚ। ਉਸ ਤੋਂ ਬਾਅਦ B ਅਤੇ C ਆਪਾਂ ਨੂੰ ਲਿਖਿਆ ਹੋਇਆ B ਅਤੇ C ਮਿਲ ਕੇ ਉਸੇ ਕੰਮ ਨੂੰ ਕਿੰਨੇ ਦਿਨਾਂ 'ਚ ਕਰਦੇ ਆ 20 ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਲਿਖਿਆ ਹੋਇਆ C ਅਤੇ A ਮਿਲ ਕੇ ਕਿਸੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਦੇ ਆ 30 ਦਿਨਾਂ ਦੇ ਵਿੱਚ। ਸਭ ਤੋਂ ਪਹਿਲਾਂ ਦੇਖੋ ਅਗਰ ਆਪਾਂ ਨੂੰ ਇਹ ਵਰਕ ਐਂਡ ਟਾਈਮ ਵਾਲਾ ਆਪਾਂ ਨੂੰ ਕੁਐਸਚਨ ਦਿੱਤਾ ਹੋਵੇ ਤਾਂ ਆਪਾਂ ਕੀ ਕਰਾਂਗੇ ਇਹਦੇ ਵਿੱਚ ਸਮਰੱਥਾ ਚੈੱਕ ਕਰਾਂਗੇ। ਆਪਾਂ ਇਹਦਾ ਕੀ ਕਰਾਂਗੇ ਐਲਸੀਐਮ ਲਵਾਂਗੇ। ਦੇਖੋ ਇਹਦਾ ਐਲਸੀਐਮ ਕਿੰਨਾ ਆਊਗਾ ਆਪਣੇ ਕੋਲ ਐਲਸੀਐਮ ਆਪਣੇ ਕੋਲ 60 ਆਊਗਾ। ਠੀਕ ਆ 60 ਆਪਣੇ ਕੋਲ ਵੈਲਿਊ ਹੋਊਗੀ ਕਿ ਜਿਹੜੀ 15 ਦੇ ਟੇਬਲ ਤੇ ਵੀ ਹੁੰਦੀ ਆ 15 ਚੌਕਾ ਕਿੰਨਾ ਹੁੰਦਾ 60, 20 ਦੇ ਟੇਬਲ ਤੇ ਹੁੰਦੀ ਆ 20 ਤੇ ਕਿੰਨਾ ਹੁੰਦਾ 60, 30 ਦੇ ਟੇਬਲ ਤੇ ਵੀ ਹੁੰਦੀ ਆ 30 ਦੂਣਾ ਕਿੰਨਾ ਹੁੰਦਾ 60। ਤਾਂ ਦੇਖੋ ਅਗਰ ਆਪਣੇ ਕੋਲ ਜਿਹੜਾ ਕੁੱਲ ਕੰਮ ਆ ਉਹ ਕਿੰਨਾ ਗਾ ਆਪਣੇ ਕੋਲ 60 ਯੂਨਿਟਾਂ। A ਤੇ B ਮਿਲ ਕੇ ਕਿੰਨੇ ਦਿਨ ਲਾਉਂਦੇ ਆ 15 ਦਿਨ। ਤਾਂ ਡੇਲੀ ਕਿੰਨਾ ਕਰਦੇ ਹੋਣਗੇ 4 ਯੂਨਿਟਾਂ। ਇਸ ਤਰ੍ਹਾਂ B ਤੇ C ਕਿੰਨੇ ਦਿਨ ਲਗਾਉਂਦੇ ਆ 20 ਦਿਨ। ਟੋਟਲ ਕੰਮ ਕਿੰਨਾ ਗਾ 60 ਤਾਂ ਕਿੰਨਾ ਕਰਦੇ ਹੋਣਗੇ ਮਿਲ ਕੇ 3 ਯੂਨਿਟਾਂ। C ਤੇ A ਕਿੰਨੇ ਦਿਨ ਲਗਾਉਂਦੇ ਆ 30 ਦਿਨ। ਟੋਟਲ ਕੰਮ ਕਿੰਨਾ ਗਾ ਆਪਣੇ ਕੋਲ 60 ਯੂਨਿਟਾਂ ਤਾਂ ਕਿੰਨੇ ਕੰਮ ਕਰਦੇ ਹੋਣੇ ਡੇਲੀ 2 ਯੂਨਿਟਾਂ। ਦੇਖੋ ਇਹ ਇਹਨਾਂ ਦੀ ਸਮਰੱਥਾ ਆ ਗਈ। ਅਗਰ ਆਪਾਂ ਚੈੱਕ ਕਰੀਏ ਇਹਦੇ ਵਿੱਚ A ਵੀ 2 ਵਾਰ ਆ ਰਿਹਾ, B ਵੀ 2 ਵਾਰ ਆ ਰਿਹਾ ਤੇ C ਵੀ 2 ਵਾਰ ਆ ਰਿਹਾ। ਅਗਰ ਇਹਨਾਂ ਨੂੰ ਆਪਾਂ ਜੋੜਾਂਗੇ 4 ਤੇ 3 7, 7 ਤੇ 2 ਕਿੰਨਾ ਹੋ ਗਿਆ 9 ਯੂਨਿਟ। ਜਿਹੜਾ ਇਹ 9 ਯੂਨਿਟ ਆਇਆ ਆਪਣੇ ਕੋਲ ਇਹਨਾਂ ਦੀ ਕੰਮ ਕਰਨ ਦੀ ਸਮਰੱਥਾ, ਇਹਦੇ ਵਿੱਚ A ਵੀ 2 ਵਾਰ ਆਏਗਾ, B ਵੀ 2 ਵਾਰ ਆਇਆ, C ਵੀ 2 ਵਾਰ ਆਇਆ। ਅਗਰ ਆਪਾਂ ਚੈੱਕ ਕਰਨੀ ਹੋਵੇ ਇਕੱਲੀ A plus B plus C ਦੀ ਸਮਰੱਥਾ ਕਿੰਨੀ ਆਊਗੀ, ਉਹਨੂੰ ਕੀ ਕਰਾਂਗੇ ਆਪਾਂ 9 ਦੇ ਨਾਲ 9 ਨੂੰ 2 ਦੇ ਨਾਲ ਵੰਡ ਦਾਂਗੇ। ਜਦੋਂ ਵੰਡਾਂਗੇ ਆਪਣੇ ਕੋਲ ਕਿੰਨਾ ਆਊਗਾ 4.5 ਆਊਗਾ। ਜਿਹੜੀ 4.5 ਆਪਣੇ ਕੋਲ ਸਮਰੱਥਾ ਆ ਰਹੀ ਆ ਉਹ A B ਅਤੇ C ਦੀ ਆ ਰਹੀ ਆ। ਹੁਣ ਆਪਾਂ ਨੇ ਚੈੱਕ ਕਰਨਾ ਸੀ ਇਕੱਲੀ A ਦੀ। ਆਪਾਂ ਪਹਿਲਾਂ ਸਮਰੱਥਾ ਦੇਖਦੇ ਹਾਂ। ਦੇਖੋ ਅਗਰ ਆਪਣੇ ਕੋਲ ਤਿੰਨਾਂ ਦੀ ਸਮਰੱਥਾ 4.5 ਆ, ਆਪਾਂ ਚੈੱਕ ਕਰਨੀ ਹੈ ਇਕੱਲੀ A ਦੀ। ਦੇਖੋ ਇਹਦੇ ਵਿੱਚ B plus C ਆ, ਜਦੋਂ ਦੋਵੇਂ ਮਿਲ ਕੇ ਕੰਮ ਕਰਦੇ ਆ ਕਿੰਨੇ ਯੂਨਿਟਾਂ ਕਰਦੇ 3 ਯੂਨਿਟਾਂ। ਤਿੰਨੇ ਮਿਲ ਕੇ ਕਿੰਨਾ ਕਰਦੇ 4.5 ਯੂਨਿਟਾਂ। ਇਕੱਲਾ B ਤੇ C ਮਿਲ ਕੇ ਕਿੰਨਾ ਕਰਦੇ 3 ਯੂਨਿਟਾਂ। ਇਹਦੇ ਵਿੱਚ ਜਿਹੜਾ A ਆਊਗਾ A ਦੀ ਸਮਰੱਥਾ ਕਿੰਨੀ ਆਊਗੀ 1.5 ਯੂਨਿਟਾਂ। ਆਪਾਂ A ਦੀ ਸਮਰੱਥਾ ਕੱਢ ਲਈ। ਹੁਣ ਦੇਖੋ ਆਪਣੇ ਕੋਲ ਕੰਮ ਕਿੰਨਾ ਸੀ, ਕੰਮ ਟੋਟਲ ਕਿੰਨਾ ਸੀ 60 ਯੂਨਿਟਾਂ। A ਦੀ ਕੰਮ ਕਰਨ ਦੀ ਸਮਰੱਥਾ ਕਿੰਨੀ ਆ ਆਪਣੇ ਕੋਲ 1.5। ਤਾਂ ਦੇਖੋ ਅਗਰ ਆਪਾਂ ਕੀ ਕਰਨਾ, ਦੇਖੋ ਵਰਕ ਆਪਣਾ ਜਿਹੜਾ ਕੰਮ ਹੁੰਦਾ ਕਿੰਨਾ ਹੈ ਐਫੀਸ਼ੀਐਂਸੀ ਸਮਰੱਥਾ ਗੁਣਾ ਟਾਈਮ ਕੱਢਣਾਗਾ ਤਾਂ ਵਰਕ ਅਪਾਉਣ ਕੀ ਆਊਗਾ ਐਫੀਸ਼ੀਐਂਸੀ। ਇੱਥੋਂ ਆਪਾਂ ਚੈੱਕ ਕਰਾਂਗੇ। ਦੇਖੋ ਵਰਕ ਕਿੰਨਾ ਆਪਣਾ 60 ਤੇ ਸਮਰੱਥਾ ਕਿੰਨੀ ਆ A ਦੀ, ਉਹ ਕਿੰਨੀ ਆ 1.5। ਇਹਨੂੰ ਆਪਾਂ ਹੱਲ ਕਰਾਂਗੇ। ਦੇਖੋ ਇਹਦਾ ਪੁਆਇੰਟ ਖਤਮ ਕਰਾਂਗੇ, ਉੱਪਰ ਕਿੰਨਾ ਬਣੂਗਾ 10 ਕਰ ਬਣੂਗਾ। ਇਸ ਤੋਂ ਬਾਅਦ ਆਪਾਂ ਕੈਂਸਲ ਕਰਾਂਗੇ 15 ਨੂੰ 4 ਤੇ ਕੈਂਸਲ ਕਰਾਂਗੇ, 4 ਦੀ 10 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਆਨਸਰ ਕਿੰਨਾ ਆਊਗਾ 40। ਦੇਖੋ 40 ਆਨਸਰ ਆਪਣਾ ਪਹਿਲਾ ਵਾਲਾ ਆਨਸਰ ਹੈ, ਇਹ ਆਪਣਾ ਕੀ ਆਊਗਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਸੋਲਵ ਕਰ ਸਕਦੇ ਹਾਂ। ਹੁਣ ਆਪਾਂ ਅਗਲਾ ਸਮ ਚੈੱਕ ਕਰਦੇ ਹਾਂ। ਅਗਲੇ ਸਮ ਦੇ ਵਿੱਚ ਦੇਖੋ ਇੱਕ ਆਪਾਂ ਨੂੰ ਅੰਕੜੇ ਦਿੱਤੇ ਹੋਏ ਨੇ, ਉਹਨਾਂ ਅੰਕੜਿਆਂ ਦਾ ਆਪਾਂ ਮੱਧਮਾਨ ਪਤਾ ਕਰਨਾ ਗਾ। ਅਗਰ ਆਪਾਂ ਨੂੰ ਅੰਕੜੇ ਦਿੱਤੇ ਹੋਣ ਉਹਨਾਂ ਦਾ ਮੱਧਮਾਨ ਪਤਾ ਕਰਨਾ ਹੋਵੇ, ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਦੇ ਵਿੱਚ ਜਿਹੜੇ ਆਪਾਂ ਨੂੰ ਅੰਕੜੇ ਦਿੱਤੇ ਹਨ ਉਹ ਆਪਾਂ ਵਾਧੇ ਕਰਮਾਂ ਦੇ ਵਿੱਚ ਲਿਖਣਾ ਗਾ। ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਉਹਨਾਂ ਨੂੰ ਵਾਧੇ ਕਰਮਾਂ ਦੇ ਵਿੱਚ ਲਿਖਣਾ ਗਾ। ਦੇਖੋ 3 ਤੋਂ ਬਾਅਦ ਕੌਣ ਹੈ 4 ਤੋਂ ਬਾਅਦ ਕੌਣ ਹੈ ਆਪਣੇ ਕੋਲੇ 5। ਦੇਖੋ 5 ਕਿੰਨੇ ਵਾਰੀ ਆ ਰਿਹਾ ਹੈਗਾ 2 ਵਾਰ। 5 ਤੋਂ ਬਾਅਦ ਕੀ ਆ ਰਿਹਾ ਆਪਣੇ ਕੋਲੇ 5 ਤੋਂ ਬਾਅਦ ਆਪਣੇ ਕੋਲ ਰਿਹਾ 8 ਤੋਂ ਬਾਅਦ ਕੀ ਆ ਰਿਹਾ ਆਪਣੇ ਕੋਲੇ 9 ਤੋਂ ਬਾਅਦ ਕੀ ਆ ਰਿਹਾ ਆਪਣੇ ਕੋਲੇ 10, ਫਿਰ ਕਿੰਨਾ ਆ ਰਿਹਾ 11, ਫਿਰ ਕਿੰਨਾ ਆ ਰਿਹਾ 12, ਫਿਰ ਕਿੰਨਾ ਆ ਰਿਹਾ 15। ਠੀਕ ਆ, ਪਹਿਲਾਂ ਆਪਾਂ ਅੰਕੜਿਆਂ ਨੂੰ ਕੀ ਕਰਨਾ ਗਾ ਵਾਧੇ ਕਰਮਾਂ ਦੇ ਵਿੱਚ ਲਿਖਣਾ ਗਾ, ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ ਗਾ। ਉਸ ਤੋਂ ਬਾਅਦ ਦੇਖੋ ਆਪਾਂ ਇਹਨਾਂ ਦੀ ਗਿਣਤੀ ਕਰਨੀ ਹੈ ਵੀ ਗਿਣਤੀ ਕਿੰਨੀ ਹੋ ਰਹੀ ਹੈ। ਦੇਖੋ 1 2 3 4 5 6 7 8 9 10। ਦੇਖੋ ਇਹਨਾਂ ਦੀ ਗਿਣਤੀ ਕੀ ਆ 10 ਆ। ਦੇਖੋ ਇਹ ਗਿਣਤੀ ਕੀ ਆ ਰਹੀ ਈਵਨ ਦੇ ਵਿੱਚ ਆ ਰਹੀ ਆ। ਆਪਾਂ ਕੀ ਕਰਨਾ, ਦੇਖੋ ਇਧਰੋਂ ਛੱਡਣਾ 1 2 3 4 ਆਪਾਂ ਇਧਰੋਂ ਛੱਡਤੇ, ਇਧਰੋਂ ਵੀ 1 2 3 4। ਹੁਣ ਦੇਖੋ ਆਪਣੇ ਕੋਲ ਜਿਹੜੇ ਮਿਡਲ ਦੇ ਵਿੱਚ ਉਹ ਵਿਚਾਲੇ ਕਿੰਨੇ ਰਹਿ ਗਏ ਆਪਣੇ ਕੋਲੇ 8 ਤੇ 9 ਰਹਿ ਗਏ। ਆਪਾਂ ਇਹਦਾ ਮੱਧਮਾਨ ਦੇਖੋ ਇਹਨਾਂ ਨੂੰ ਜੋੜਨਾ, ਦੋਵਾਂ ਨੂੰ 8 ਤੇ 9 ਨੂੰ ਜੋੜਿਆ ਕਿੰਨਾ ਬਣ ਗਿਆ ਆਪਣੇ ਕੋਲ 17 ਬਟਾ ਆਪਾਂ 2 ਲਗਾਉਣਾ ਤਾਂ ਆਪਣੇ ਕੋਲ ਆਨਸਰ ਕਿੰਨਾ ਹੋਊਗਾ 8.5। ਇਹਨੂੰ ਆਪਾਂ ਇਸ ਤਰ੍ਹਾਂ ਕਰਨਾਗਾ। ਦੇਖੋ ਅਗਰ ਆਪਣੇ ਕੋਲੇ ਅੰਕੜਿਆਂ ਨੇ, ਅੰਕੜਿਆਂ ਨੂੰ ਪਹਿਲਾਂ ਆਪਾਂ ਕੀ ਕਰਨਾਗਾ ਵਾਧੇ ਕਰਮਾਂ ਦੇ ਵਿੱਚ ਲਿਖਣਾਗਾ। ਜੇਕਰ ਅੰਕੜਿਆਂ ਦੀ ਜਿਹੜੀ ਗਿਣਤੀ ਆ ਈਵਨ ਹੋਵੇ, ਜੋੜ ਵਾਲੀ ਹੋਵੇ, ਤਾਂ ਜਿਹੜੀਆਂ ਵਿਚਾਲੀਆਂ ਰਕਮਾਂ ਨੇ ਉਹਨਾਂ ਨੂੰ ਜੋੜ ਕੇ ਆਪਾਂ ਕੀ ਕਰਨਾਗਾ ਉਹਨੂੰ 2 ਤੇ ਡਿਵਾਈਡ ਕਰ ਦੇਣਾ। ਜੇ ਆਪਣੇ ਕੋਲੇ ਔਡ ਦੇ ਵਿੱਚ ਹੁੰਦੇ, ਔਡ ਦੇ ਵਿੱਚ ਕੀ ਹੁੰਦਾ, ਸਪੋਜ਼ ਕਰ ਲਓ ਕਿ ਆਪਣੇ ਕੋਲੇ ਅੰਕੜੇ ਦਿੱਤੇ ਹੁੰਦੇ ਜਿਵੇਂ 2 3 4 5 ਤੇ 6, ਜਿਵੇਂ ਆਹ ਵਾਲੇ ਅੰਕੜੇ ਦਿੱਤੇ ਹੋਇਆ। ਦੇਖੋ ਪਹਿਲਾਂ ਨੂੰ ਆਪਾਂ ਤਕਦੀਰਵਾਰ ਲਿਖਣਾ। ਦੇਖੋ ਇਹ ਵਾਧੇ ਕਰਮਾਂ ਦੇ ਵਿੱਚ ਲਿਖੇ ਹੋਏ ਨੇ। ਉਸ ਤੋਂ ਬਾਅਦ 2 ਇਧਰੋਂ ਛੱਡਦੇ ਨੇ ਆਪਾਂ, 2 ਇਧਰੋਂ ਛੱਡਦੇ ਨੇ, ਜਿਹੜੀ ਮਿਡਲ ਵਾਲੀ ਟਰਮ ਬਚ ਗਈ ਉਹ ਆਪਣੇ ਕੋਲ ਕੀ ਹੋਊਗਾ ਮੱਧਮਾਨ ਹੋਊਗਾ। ਠੀਕ ਹੈ ਜੀ। ਹੁਣ ਆਪਾਂ ਅਗਲਾ ਸਮ ਦੇਖਦੇ ਹਾਂ। ਅਗਲੇ ਸਮ ਦੇ ਵਿੱਚ ਦੇਖਦੇ ਆਪਾਂ ਕੀ ਦਿੱਤਾ ਹੋਏਗਾ। ਦੇਖੋ ਆਪਣੇ ਕੋਲ ਕੀ ਆ ਅੰਕੜੇ ਦਿੱਤੇ ਹੋਇਆ, ਉਹਨਾਂ ਦੇ ਵਿੱਚੋਂ ਆਪਾਂ ਇਹ ਚੈੱਕ ਕਰਨੀ ਆ ਕਿ ਜਿਹੜਾ ਆਪਣੇ ਕੋਲੇ ਅੰਕ ਹੈ ਉਹ ਕੀ ਅਲੱਗ ਹੈ ਸਾਰਿਆਂ ਨਾਲੋਂ। ਦੇਖੋ ਇੱਕ ਦਿੱਤਾ ਹੋਇਆ ਆਪਾਂ ਨੂੰ 8, ਇੱਕ ਦਾ ਦਿੱਤਾ ਹੋਇਆ ਆਪਣੇ ਕੋਲੇ 8,
एक अपन दिता है 64, एक दिता होया सी 125, एक दिता होया अपन को 28। आपनों 4 अंक दिते हुए आप इन्हां 4 अंकों के विचों ये पता करना गा कि जिहड़ा भी अंक अपना वखरा है। देखो अगर आप वखरा चैक करना गा, ਆਪਾਂ ਇਹਦੀ ਗੱਲ ਕਰੀਏ ਜਿਹੜਾ 8 ਹੈ ਉਹ ਕੀ ਆ, ਉਹ 2 ਦਾ ਕਿਊਬ ਆ। ਜੇ 2 ਨੂੰ ਆਪਾਂ 3 ਵਾਰੀ ਗੁਣਾ ਕਰਾਂਗੇ, 2 ਗੁਣਾ 4, 4 ਗੁਣਾ 8, ਤਾਂ ਕੀ ਬਣੂਗਾ ਆਪਣੇ ਕੋਲੇ 8 ਬਣੂਗਾ। ਇਹ ਕੀ ਆ 2 ਦਾ ਕਿਊਬ ਆ। ਅਗਰ ਆਪਾਂ 64 ਦੀ ਗੱਲ ਕਰੀਏ ਉਹ ਕੀ ਆ 4 ਦਾ ਕਿਊਬ ਆ। ਦੇਖੋ 4 ਦੀ ਅਗਰ ਆਪਾਂ 3 ਵਾਰ ਗੁਣਾ ਕਰਾਂਗੇ, 4 ਦੀ ਪਹਿਲਾਂ 4 ਨਾਲ ਕਰਾਂਗੇ 16, 16 ਦੀ ਗਾਂ 4 ਨਾਲ ਕਰਾਂਗੇ ਤਾਂ ਕਿੰਨਾ ਆਊਗਾ ਆਪਣੇ ਕੋਲ 64 ਆਊਗਾ। ਅਗਰ ਆਪਾਂ 125 ਦੀ ਗੱਲ ਕਰੀਏ ਇਹ ਕੀ ਹੈ 5 ਦਾ ਕਿਊਬ ਆ। ਦੇਖੋ 5 ਦੀ ਪਹਿਲਾਂ 5 ਨਾਲ ਕਰਾਂਗੇ 5 5 25, 25 ਦੀ ਗਾਂ 5 ਨਾਲ ਕਰਾਂਗੇ ਤਾਂ ਕਿੰਨਾ ਆਊ ਆਪਣੇ ਕੋਲੇ 125 ਆਊਗਾ। ਪਰ ਜਿਹੜਾ ਆਪਣੇ ਕੋਲ 28 ਆ ਉਹ ਕਿਸੇ ਦਾ ਕਿਊਬ ਨਹੀਂ ਹੈਗਾ, ਤਾਂ ਕਰਕੇ ਆਪਾਂ ਅੰਕ ਅਲੱਗ ਅੰਕ ਲੱਭਣਾ ਸੀ ਤਾਂ ਆਪਣੇ ਕੋਲ ਕੀ ਆਊਗਾ 28। ਤਾਂ ਆਪਣੇ ਕੋਲ ਆਨਸਰ ਕਿਹੜਾ ਆਊਗਾ ਇਹਦੇ ਵਿੱਚ, ਜਿਹੜਾ ਆਪਣਾ ਆਨਸਰ ਆਊਗਾ ਉਹ ਆਪਣਾ 28 ਆਨਸਰ ਆਊਗਾ, ਜੋ ਕਿ ਆਨਸਰ ਆਪਾਂ ਨੂੰ ਡੀ ਵਾਲਾ ਦਿੱਤਾ ਹੋਏਗਾ। ਉਸ ਤੋਂ ਬਾਅਦ ਆਪਾਂ ਅਗਲਾ ਸਮ ਚੈੱਕ ਕਰਦੇ ਹਾਂ। ਦੇਖੋ ਅਗਲੇ ਸਮ ਦੇ ਵਿੱਚ ਕੀ ਦਿੱਤਾ ਹੋਇਆ ਆਪਣੇ ਕੋਲੇ। ਅਗਲੇ ਸਮ ਦੇ ਵਿੱਚ ਦੇਖੋ ਆਪਾਂ ਸੰਖਿਆ ਪਤਾ ਕਰਨੀ ਹੈ, ਕਿਹੜੀ ਅੰਕ ਪਤਾ ਕਰਨਾ ਹੈ। ਕਿਹੜਾ ਅੰਕ ਪਤਾ ਕਰਨਾਗਾ ਕਿ ਜਿਹੜਾ ਅੰਕ 3 ਤੋਂ ਵੱਡਾ ਹੋਵੇ ਪਰ 8 ਤੋਂ ਛੋਟਾ ਹੋਵੇ। ਦੇਖੋ 3 ਤੋਂ ਵੱਡੇ ਕਿਹੜੇ ਕਿਹੜੇ ਹੋਣਗੇ, 4 ਵੀ ਹੋ ਸਕਦਾ, 5 ਵੀ ਹੋ ਸਕਦਾ ਤੇ 6 ਵੀ ਹੋ ਸਕਦਾ ਤੇ 7 ਵੀ ਹੋ ਸਕਦਾਗਾ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕੰਡੀਸ਼ਨ ਲਿਖੀ ਹੋਈ ਸੀ ਕਿ ਆਪਾਂ ਉਹ ਅੰਕ ਪਤਾ ਕਰਨਾਗਾ ਜਿਹੜਾ 3 ਤੋਂ ਵੱਡਾ ਹੋਵੇ ਤੇ 8 ਤੋਂ ਕੀ ਹੋਵੇ ਛੋਟਾ ਹੋਵੇ। ਤਾਂ 3 ਤੋਂ ਵੱਡਾ 4 ਵੀ ਹੋ ਸਕਦਾ, 5 ਵੀ ਹੋ ਸਕਦਾ, 6 ਵੀ ਹੋ ਸਕਦਾ ਤੇ 7 ਵੀ ਹੋ ਸਕਦਾਗਾ। ਫਿਰ ਨਾਲ ਇੱਕ ਕੰਡੀਸ਼ਨ ਲਿਖੀ ਹੋਈ ਆ ਕਿ ਇਹ ਅੰਕ 6 ਤੋਂ ਵੱਡਾ ਹੈ बट 10 तो की है छोटा, पर 10 तो की है छोटा। देखो 6 तो बड़ा ना तो फिर 4 हो सकता, ना 5 हो सकता, ना 7 6 हो सकता। तो अपना आंसर की होगा 7, जिहड़ा कि अपना सी वाला आंसर दिता होया। तो ये आप आंसर की मार्क करांगे, आप सी वाला करांगे। उस तो बाद आप अगला देखो सम देखते हैं। अगले सम दे विच की कहा होयागा अपने कोले। अगला सम देखो अपन क्या गा कि एक व्यक्ति की करदा गा 15 रुपए दिंदा गा हरेक किलोमीटर दे। किदों दिंदा गा ਉਹ ਉਦੋਂ ਲੈ ਰਿਹਾ ਹੈਗਾ ਜਦੋਂ ਆਪਾਂ ਕਿ ਜਿਹੜਾ ਆਪਣਾ ਰਸਤਾ ਹੈਗਾ ਉਹ ਕਿਹਦੇ ਨਾਲ ਤੈਅ ਕਰਦਾ ਹੈ, ਇੱਕ ਟੈਕਸੀ ਦੇ ਨਾਲ ਤੈਅ ਕਰਦਾ ਗਾ। ਅਤੇ ਉਸ ਤੋਂ ਬਾਅਦ ਜੇ ਉਹ ਕੀ ਕਰ ਰਿਹਾ 5 ਰੁਪਏ ਪ੍ਰਤੀ ਕਿਲੋਮੀਟਰ ਦੇ ਰਿਹਾ ਗਾ ਜਦੋਂ ਉਹ ਰਸਤਾ ਕਿਹਦੇ ਨਾਲ ਤੈਅ ਕਰਦਾ, ਆਪਣੀ ਕਾਰ ਦੇ ਨਾਲ ਤੈਅ ਕਰ ਰਿਹਾ ਗਾ। ਜੇਕਰ ਉਸਨੇ 80 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਾ, ਕੁੱਲ ਸਫ਼ਰ ਕਿੰਨਾ ਤੈਅ ਕੀਤਾ ਗਾ 80 ਕਿਲੋਮੀਟਰ ਦਾ, ਅਤੇ ਉਸ ਨੂੰ ਕਿੰਨੇ ਰੁਪਿਆਂ ਦਾ देने पै रहे हैं, ਜਿਹੜੇ ਉਹ ਦੇਣੇ ਪੈ ਰਹੇ ਉਹਨੂੰ 500 ਰੁਪਇਆ। ਤਾਂ ਉਹ ਪੁੱਛ ਰਿਹਾ ਕਿ ਜਿਹੜਾ ਉਹਨੇ ਟੈਕਸੀ ਥਰੂ ਸਫ਼ਰ ਤੈਅ ਕੀਤਾਗਾ ਉਹ ਕਿੰਨੇ ਕਿਲੋਮੀਟਰ ਕੀਤਾ ਹੋਊਗਾ। ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਚੈੱਕ ਕਰਦੇ ਹਾਂ। ਦੇਖੋ ਜਿਹੜਾ ਉਹਨੇ ਸਫ਼ਰ ਤੈਅ ਕੀਤਾ ਉਹ ਕਿੰਨਾ ਕੀਤਾਗਾ 80 ਕਿਲੋਮੀਟਰ, ਠੀਕ ਆ। 80 ਕਿਲੋਮੀਟਰ ਸਫ਼ਰ ਤੈਅ ਕਰਨ ਦੇ ਜਿਹੜੇ ਉਹਨੂੰ ਚਾਰਜ ਲੱਗ ਰਿਹਾ, ਪੈਸੇ ਲੈਣ ਦੇ ਦਾਅਵਾ ਕਰ ਰਿਹਾ, ਉਹ ਕਿੰਨਾ ਗਾ 500। ਹੁਣ ਦੇਖੋ ਅਗਰ 80 ਕਿਲੋਮੀਟਰ ਤੇ ਉਹਦਾ ਖਰਚਾ ਕਿੰਨਾ ਹੋ ਰਿਹਾ ਆਪਣੇ ਕੋਲੇ 500। ਜੇਕਰ 80 ਕਿਲੋਮੀਟਰ ਨੂੰ ਉਹ ਸਾਰਾ ਹੀ ਜਿਹੜਾ ਰਸਤਾ ਜੇ ਆਪਾਂ ਟੈਕਸੀ ਥਰੂ ਸਫ਼ਰ ਕਰਦਾ ਤਾਂ ਦੇਖੋ 80 ਕਿਲੋਮੀਟਰ ਆ, ਜੇ 15 ਰੁਪਏ ਦੇ ਹਿਸਾਬ ਨਾਲ ਉਹਨੂੰ ਖਰਚਾ ਪੈਂਦਾ 8, ਜਦੋਂ ਆਪਾਂ 8 ਦੀ 15 ਨਾਲ ਗੁਣਾ ਕਰਾਂਗੇ ਕਿੰਨਾ ਉਹ 120, ਨਾਲ ਕੀ ਲੱਗੂਗੀ 0, ਤਾਂ ਉਹਨੂੰ ਖਰਚਾ ਕਿੰਨਾ ਪੈਣਾ ਸੀ 1200 ਰੁਪਇਆ, ठीक है। जेकर देखो सारा सफ़र किहदे थ्रू करदा, अपनी कार के थ्रू सफ़र करदा, तो उन्होंने कितना खर्चा आना सी 80 किलोमीटर, हरेक ते किन्ने रुपए लग रहे 5 रुपए, 8 पाए किन्ना हुंदा 40, तो किन्ने रुपए देने पैंदे उन्होंने 400। तो देखो आप इस तरह करना गा। देखो ये कंडीशन बनानी है। सब तो पहला देखो जेडे उन्होंने पैसे दे रखे गा जिन्ने उहदा खर्चा पै रहा आप विचाले लिखांगे। उस तो बाद जे वो 80 किलोमीटर नूं अपनी टैक्सी थ्रू तय करदा तो उन्होंने कितना खर्चा पैना सी। देखो 80 की किहदे गुणा करनी है 15 के नाल। जे आप सारा का सारा सफ़र उहदा टैक्सी थ्रू कवर कराउंदे तो किन्ना 15 की गुणा करांगे तो कितना खर्चा आना सी उहदा 1200 रुपया। जेकर उही आप 80 किलोमीटर उहदी जिहड़ी कार के थ्रू आप उहदा जे रस्ता कवर कराउंदे तो उन्होंने आपां नूं किन्ने रुपए खर्चा आना सी 400, क्योंकि देखो 80 किलोमीटर आ हरेक दे खर्चा किन्ना आउंदा अपने कोले 5 रुपए, जो 80 की आप 5 नाल गुणा करांगे किन्ना होगा 400। देखो जिहड़ा उहदा खर्चा नूं आपां विचाले लिखना गा। इहदे चों आपां देखो नूं माइनस करके देखना गा। 1200 ਦੇ ਵਿੱਚੋਂ ਜਦੋਂ ਆਪਾਂ 500 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਊਗਾ 700 ਆਊਗਾ, ਠੀਕ ਆ। ਉਸ ਤੋਂ ਬਾਅਦ ਇੱਧਰ ਦੇਖਦੇ ਹਾਂ ਆਪਣੇ ਕੋਲੇ ਜਦੋਂ ਆਪਾਂ 400 ਦੇ ਵਿੱਚੋਂ 500 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਊਗਾ 100 ਆਊਗਾ। ਇੱਥੋਂ ਆਪਾਂ ਕੀ ਹੈ ਇਹਦੀ ਰੇਸ਼ੋ ਚੈੱਕ ਕਰ ਸਕਦੇ ਹਾਂ। ਤਾਂ ਆਪਣੇ ਕੋਲ ਰੇਸ਼ੋ ਜਿਹੜਾ ਅਨੁਪਾਤ ਆ ਰਿਹਾ ਕਿੰਨਾ ਆ ਰਿਹਾ 1:7 ਆ ਰਿਹਾ ਹੈਗਾ। ਅਗਰ 1:7 ਆ ਰਿਹਾ ਹੈਗਾ ਦੇਖੋ ਇਹ ਜਿਹੜਾ ਆਪਾਂ ਲਿਖਿਆ ਗਾ ਇਹ ਆਪਾਂ ਉਹ ਖਰਚਾ ਲਿਖਿਆ ਗਾ ਜੇਕਰ ਉਹ ਟੈਕਸੀ ਥਰੂ ਆਪਣਾ ਸਫ਼ਰ ਤੈਅ ਕਰਦਾ ਤਾਂ ਉਹ ਆਪਣੇ ਕੋਲ ਕਿੰਨਾ ਆ ਗਿਆ 1:। ਦੂਸਰਾ ਜਿਹੜਾ ਆਪਾਂ ਆਹ ਵਾਲਾ ਲਿਖਿਆ ਗਾ ਜਿਹੜਾ ਇਹ ਵਾਲਾ ਖਰਚਾ ਲਿਖਿਆ ਗਾ ਜਦ ਕਿ ਉਹ ਆਪਣੀ
ਕਾਰ ਦੇ ਨਾਲ ਸਫ਼ਰ ਨੂੰ ਤੈਅ ਕਰਦਾ ਤਾਂ ਆਪਾਂ ਆਹ ਵਾਲਾ ਲਿਖਿਆ ਤਾਂ ਉਹ ਆਪਣੇ ਕੋਲ ਕਿੰਨਾ ਆਊਗਾ 7 ਅਨੁਪਾਤ। ਹੁਣ ਦੇਖੋ ਆਪਾਂ ਜਿਹੜਾ ਕੁੱਲ ਰਸਤਾ ਤੈਅ ਕੀਤਾ ਉਹ ਕਿੰਨਾ ਕੀਤਾਗਾ 80। ਕੁੱਲ ਰਸਤਾ ਕਿੰਨਾ ਤੈਅ ਕੀਤਾ 80 ਕਿਲੋਮੀਟਰ। ਜਿਹੜਾ 80 ਕਿਲੋਮੀਟਰ ਤੈਅ ਕੀਤਾਗਾ ਉਹ ਕਿਹਦੇ ਬਰਾਬਰ ਆ ਦੋਨੇ ਅਨੁਪਾਤਾਂ ਦਾ ਜੋੜ। ਦੋਨੇ ਅਨੁਪਾਤਾਂ ਦਾ ਜੋੜ ਕਿੰਨਾ ਗਾ 8। ਆਪਾਂ ਤੈਅ ਪੁੱਛ ਕਿਹੜਾ ਰਿਹਾ ਆਪਾਂ ਨੂੰ ਟੈਕਸੀ ਥਰੂ ਕਿੰਨਾ ਗਾ ਆਪਣੇ ਕੋਲੇ 1 ਅਨੁਪਾਤ। ਆਪਾਂ ਲਿਖਾਂਗੇ 8 ਅਨੁਪਾਤ ਕਿਹਦੇ ਬਰਾਬਰ 80 ਦੇ ਬਰਾਬਰ 1 ਅਨੁਪਾਤ ਕਿਹਦੇ ਬਰਾਬਰ ਆ 80 ਬਟਾ ਕਿੰਨਾ ਆਊਗਾ 8। ਜਦੋਂ ਕੈਂਸਲ ਕਰਾਂਗੇ ਤਾਂ ਕਿੰਨਾ ਆਊਗਾ 10। ਤਾਂ ਆਪਣਾ ਇਹਦੇ ਵਿੱਚ ਆਨਸਰ ਕੀ ਆਊਗਾ 10। ਇਹਨੂੰ ਆਪਾਂ ਇਸ ਤਰ੍ਹਾਂ ਹੱਲ ਕਰ ਸਕਦੇ ਹਾਂ। ਠੀਕ ਹੈ, ਇਹਦੇ ਨਾਲ ਦਾ ਬਿਲਕੁਲ ਸੇਮ ਆਪਾਂ ਅੱਗੇ ਸਮ ਦੇਖਦੇ ਹਾਂ। देखो आ सम भी पेपर ਦੇ ਵਿੱਚ ਬਹੁਤ ਵਾਰ ਆਇਆਗਾ, ਆਪਾਂ ਬਹੁਤ ਵਾਰ पेपर ਦੇ ਵਿੱਚ ਰਿਪੀਟ ਹੋਇਆਗਾ। देखो ਕੀ ਹੈ ਇੱਕ ਪ੍ਰੀਖਿਆ ਦੇ ਵਿੱਚ ਇੱਕ ਵਿਦਿਆਰਥੀ ਹਰੇਕ ਸਹੀ ਉੱਤਰ ਦੇਣ ਦੇ ਲਈ 4 ਅੰਕ ਪ੍ਰਾਪਤ ਕਰਦਾਗਾ। ਦੇਖੋ ਅਗਰ ਪੇਪਰ ਦੇ ਵਿੱਚ ਜਦੋਂ ਕੁਐਸਚਨ ਸੋਲਵ ਕਰ ਰਿਹਾ ਜੇ ਉਹਦਾ ਆਨਸਰ ਸਹੀ ਆ ਤਾਂ ਉਹਨੂੰ ਕੀ ਆ 4 ਨੰਬਰ ਮਿਲ ਰਹੇ ਨੇ। ਅਗਰ ਉਹ ਕੀ ਕਰ ਰਿਹਾ ਆਪਣਾ ਆਨਸਰ ਗਲਤ ਕਰ ਰਿਹਾ ਤਾਂ ਕੀ ਹੋ ਰਿਹਾਗਾ ਉਹਨੂੰ 1 ਅੰਕ ਆਪਣਾ ਗਵਾਉਣਾ ਪੈ ਰਿਹਾਗਾ। ਜੇਕਰ ਉਸਨੇ 75 सवाल किए हैं, किन्ने सवाल किए हैं 75, तो उन्होंने अंक किन्ने प्राप्त हुए हैं 125। तो पूछ रहा कि जिहड़े सवालों की गिनती जिन्होंने उन्होंने सही हल किया वो किन्नी सी। हुण देखो अपने कोले आपां इस तरह करांगे कि जिहड़े उन्होंने नंबर मिल रहे हैं वो किन्ने मिल रहे हैं 125। आपां लिखांगे कि जिहड़े नंबर मिल रहे हैं वो किन्ने मिल रहे हैं 125, उन्होंने आपां लिखांगे 42। हुण देखो अगर वो 75 ਦੇ 75 ਜਿਹੜੇ ਕੁਐਸਚਨ ਸੀ ਸਵਾਲ ਸੀ ਉਹਨਾਂ ਨੂੰ ਸਹੀ ਕਰਦਾ, ਹਰੇਕ ਦੇ ਆਪਾਂ ਨੂੰ ਅੰਕ ਕਿੰਨੇ ਮਿਲਦੇ ਆ 4। ਤਾਂ ਆਪਾਂ 75 ਦੀ ਗੁਣਾ ਕਿਹਦੇ ਨਾਲ ਕਰਦੇ 4 ਨਾਲ। ਅਗਰ 75 ਦੀ ਗੁਣਾ 4 ਨਾਲ ਕਰਦੇ ਤਾਂ ਕਿੰਨਾ ਬਣਦਾ 300। ਅਗਰ ਆਪਾਂ ਸਾਰੇ ਕੁਐਸਚਨ ਸਹੀ ਕਰਦੇ ਤਾਂ ਉਹਨੂੰ ਕਿੰਨੇ ਨੰਬਰ ਮਿਲਨੇ ਸੀ 300। ठीक है, हुण देखो अगर 75 सवाल 75 ਦੇ 75 सवाल वो गलत करदा ਤਾਂ ਉਹਨੂੰ अंक किन्ने मिलने सी मैथ्स ਦੇ ਵਿੱਚ 75, ਉਹਦੇ ਕੀ ਆ मैथ्स ਦੇ ਵਿੱਚ 75 ਚਲੇ ਜਾਣੇ ਸੀ। ਹੁਣ ਦੇਖੋ ਆਪਾਂ ਕੀ ਕਰਦੇ ਆ ਸੇਮ ਉਹੀ ਸਵਾਲ ਆ मैथ्स ਕਰਦੇ ਆ। ਦੇਖੋ 300 ਦੇ ਵਿੱਚ 125 मैथ्स ਕੀਤੇ ਤਾਂ ਆਪਣੇ ਕੋਲ ਕਿੰਨਾ ਆਊਗਾ 175। ਉਸ ਤੋਂ ਬਾਅਦ ਦੇਖੋ मैथ्स ਦੇ 75 ਨੇ ਉਹਦੇ ਵਿੱਚ ਆਪਾਂ मैथ्स 125 ਕਰਦੇ ਆ ਤਾਂ ਆਪਣੇ ਕੋਲ ਕਿੰਨਾ ਬਣ ਜਾਊਗਾ 200। क्यों ये 200 क्यों बन गया क्योंकि वह मैथ्स का सी। हुण देखो जिहड़ा ये अनुपात आऊगा अपने कोल की आऊगा सवालों का अनुपात आ जाऊगा जिहदे विच इन्ने सवाल अपने सही होणगे इन्ने सवाल अपने गलत होणगे। देखो ये टेबल ते आपां सेम टेबल ते कट्टदे को 25 के टेबल ते भी कट्टिया दा 25 8 किन्ना हुंदागा 200, 25 7 किन्ना हुंदा अपने कोले 175। तां जिहड़ा अपने कोल अनुपात आ गया वो किन्ना आ गया 8 अनुपात 7 आ गया। हुण देखो आपां ये चैक करना, देखो इधर आपां किहड़े लिखे ने सही सवाल वाले ਤਾਂ ਸਹੀ ਵਾਲਾ ਅਨੁਪਾਤ ਆਪਣੇ ਕੋਲ ਇਹ ਆ, ਇਹ ਕਿਹੜੇ ਆਪਾਂ ਗਲਤ ਵਾਲੇ ਤਾਂ ਗਲਤ ਵਾਲਾ ਅਨੁਪਾਤ ਆਪਣੇ ਕੋਲ ਇਹ ਆ। ਹੁਣ ਆਪਾਂ ਕਹਾਂਗੇ ਜਿਹੜੇ ਆਪਣਾ ਕੁੱਲ ਅਨੁਪਾਤ ਆ ਉਹ ਕਿੰਨਾ ਗਾ 15 ਅਨੁਪਾਤ ਕਿਹਦੇ ਬਰਾਬਰ ਆਪਣੇ ਕੋਲੇ 75 ਦੇ ਬਰਾਬਰ। ਇੱਕ ਅਨੁਪਾਤ ਕਿਹਦੇ ਬਰਾਬਰ ਆਊਗਾ 75/15। ਹੁਣ ਦੇਖੋ ਅੱਗੇ ਆਪਾਂ ਚੈੱਕ ਕਰਨਾਗਾ ਆਪਾਂ ਨੂੰ ਪੁੱਛ ਕੀ ਰਹੇ ਨੇ ਕਿ ਜਿਹੜੇ ਆਪਣੇ ਕੁਐਸਚਨ ਜਿਹੜੇ ਆਪਾਂ ਸਵਾਲ ਸਹੀ ਕੀਤੇ ਆ ਉਹਨਾਂ ਦੀ ਗਿਣਤੀ ਕਿੰਨੀ ਆ। ਆਪਣੇ ਹਿਸਾਬ ਨਾਲ ਜਿਹੜੇ ਆਪਣਾ ਸਵਾਲ ਸਹੀ ਕੀਤੇ ਉਹਨਾਂ ਦਾ ਅਨੁਪਾਤ ਕਿੰਨਾ ਆ 8, ਤਾਂ ਆਪਾਂ ਗੁਣਾ ਕਰਾਂਗੇ 8। ਹੁਣ ਦੇਖੋ ਆਪਾਂ ਕੈਂਸਲ ਕਰਾਂਗੇ 15 5 ਕਿੰਨਾ ਹੁੰਦਾ 75, ਉਹਦੀ ਆਪਾਂ 5 ਨਾਲ ਗੁਣਾ ਕਰਾਂਗੇ 5 8 ਕਿੰਨਾ ਹੁੰਦਾ 40, ਤਾਂ ਆਪਣਾ ਆਨਸਰ ਕਿੰਨਾ ਹੋਊਗਾ 40। ਤਾਂ ਇਹਦੇ ਵਿੱਚ ਆਪਣਾ ਜਿਹੜਾ ਆਨਸਰ ਆ ਉਹ ਸੀ ਵਾਲਾ ਆਪਣੇ ਕੋਲ ਆਨਸਰ ਆਊਗਾ। ਇਸ ਸਵਾਲ ਨੂੰ ਆਪਾਂ ਇਸ ਤਰ੍ਹਾਂ ਸੋਲਵ ਕਰ ਸਕਦੇ ਹਾਂ। ਠੀਕ ਆ, ਆਪਾਂ ਹੁਣ ਅਗਲਾ ਸਵਾਲ ਚੈੱਕ ਕਰਦੇ ਹਾਂ। ਅਗਲੇ ਸਵਾਲ ਦੇ ਵਿੱਚ ਕੀ ਦਿੱਤਾ ਹੋਏਗਾ देखो अगले सवाल के आपको एक वैल्यू दी हुई आ, वो दी हुई है मैंस 0.02। ठीक है, वह आप स्केयर पता करना कि अपने को स्केयर किस तरह आऊगा। देखो स्केयर का मतलब की कि उस वैल्यू में आप 2 बार गुणा करनी आ। ठीक है जी, स्केयर का मतलब यह आ। ਹੁਣ देखो मैंस गुणा होगी तो प्लस हो जूगी, मैंस गुणा की हो जू प्लस हो जू, तो अपने को की बन गया ए वाली वैल्यू बन गई। इधर अपने को की बन गई ए वाली वैल्यू बन गई। ਹੁਣ देखो अगर अपन चैक करना कि अपना आंसर की आऊगा, देखो अगर यदा पॉइंट खत्म करदा मैं तो बटा कितना लगनागा 2 जीरो। अगर मैं यदा पॉइंट खत्म करना तो बटा कितना लगनागा 2 जीरो। तो अगे मैं सॉल्व करूँगा, देखो 2/100 इस बाद गुणा की आऊगा 2/100, 2 की 2 ना गुणा करूँगा कितना आ गया 4, 4 बटा कितनी जीरो आ गया 1 2 3 4 जीरो लग गए। ठीक है, हुण देखो अगर मैं पॉइंट लाउणा गा मैं कित्थे लाऊंगा 4 अखर छड्ड के। देखो चुका होगा तो हैगी अपने कोले 1 0 2 जीरो 3 जीरो 1 2 3 4, तो उरे आपां की लांगे पॉइंट ला के ये वाला अपना आंसर आऊगा। जिहड़ा कि अपने कोले आंसर किहड़ा गा अपने कोले लास्ट वाला आंसर आ, ये आपां सही करांगे। जिहड़ा अपना आंसर आ वो भी प्लस वाला आऊगा क्योंकि मैंस की हो जूगी अपने कोले प्लस हो जूगी। इस सवाल नूं आपां इस तरह सॉल्व करांगे। हुण देखो इहदे नाल दा आपां अगला सवाल देखदे हां। अगले सवाल दे विच की अपने कोले ए ते बी दा अनुपात दित्ता होएगा। अगले सवाल दे विच की अपने कोले एक ए ते एक बी, ए ते बी दा जिहड़ा अनुपात आ अपने कोले किन्ना दित्ता होएगा, ए ते बी दा अनुपात अपने कोल दिता होया 2:3। ठीक है, उस तो बाद बी अते सी फिर दिता होया अपनों बी अते सी दा अनुपात कितना दिता होया 5:6।
ठीक है। हुण आपां नूं पुछ रहा ए अनुपात बी अनुपात सी कितना होगा, आपां क्या लिखांगे ए अनुपात बी अनुपात सी। ठीक है, ये नाल दा आपां पहला सवाल करके आए। देखो ए ते बी आपां नूं कितना दिता होएगा, ए ते बी दिता आपां नूं 2 ते 3, आपां लिखांगे 2 ते 3। बी ਅਤੇ सी कितना दिता होएगा, बी अपने को दिता होएगा 5 ਤੇ 6। पहला तो आप इस तरह लिखांगे। उस तो बाद देखो इतने जगह जिथे खाली आ नाल लगमा इतने 5 सी ना, उरे आप लिखांगे 5, उरे नाल लगमा किन्ना गा 3, उरे लिखांगे आप 3, इस तरह करांगे। हुण देखो अगर अपने को कॉमन वैल्यू कट्टी जाती तो आप कट्टते हैं। देखो अपने को कॉमन वैल्यू इन्हां च कोई नहीं कट्टी जा रही। ठीक है, इधर कितना आ रहा 10 आ रहेगा, इधर कितना होगा अपने को 15 आ रहेगा, इधर कितना आ रहा अपने को 18 आ रहेगा। ठीक है, तो आप की कढ़ना सी ए वाला अपने को आ गया ए बी और सी का अनुपात। ए बी सी का अनुपात किहड़ा आ गया अपने को आ, दूजा अपने को आंसर आऊगा। देखो ए कितना आऊगा अपने को 10 आऊगा, बी कितना आऊगा अपने को 15 आऊगा, तो सी कितना आऊगा अपने को 18 आऊगा। इस सवाल को आप इस तरह सॉल्व करांगे। ठीक है, ये रिलेटेड आप अगला सवाल देखते हैं। हुण देखो आ सवाल किस तरह दिता होया आपां नूं। देखो इस सवाल दे विच की अपने कोले दो खंबियां की गल की हुई आ कि दोनों खंबियां की आपां नूं की आ उचाई दी हुई आ। देखो एक खंबा अपने को आ वाला, ठीक है, जिहड़ा आ खंबा गा उहदी उचाई कितनी दी हुई आपां नूं 7 मीटर। ठीक है, फिर अपने को एक दूसरा खंबा गा उहदी उचाई कितनी दी हुई है 12 मीटर। उस तो बाद दोनों खंभों के जिहड़े पैरों की दूरी आ, मतलब आ दूरी आ जिहड़ी वो कितनी दी है 12 मीटर। आपां की पता करने आ जिहड़े इन्हां दे शिखर ने आ वाली इत्थों दूरी कितनी आ, ये दूरी आपां की करनी है पता करनी है। ठीक है, हुण देखो अगर आपां नीचे दा आपां नूं कितनी दी हुई है 12 दूरी दी हुई आ। अगर आपां इहनूं चैक करिए इस तरह, आ कितनी दूरी अपने कोले 12 मीटर, आ देखो 7 मीटर आगा, आ टोटल कितना 12 मीटर, तो उरे कितना रह गया 5 मीटर, क्योंकि जे 12 के 7 कड्डांगे तो कितना रहूगा 5 मीटर। हुण देखो अगर आप आ दूरी पता करनी आ, इत्थे अपने कोल की आ पाइथागोरस थ्योरम लग जानी आ, क्योंकि क्योंकि एक राइट एंगल ट्रायंगल बन गई। आ अपने कोले 12 गा, आ कितना अपने कोले 5 आ। हुण देखो हुण आपां हल करांगे, आ वैल्यू कड्ढनी आ। अगर आपां इहदी कीमत कड्ढनी आ, देखो 12 का स्क्वायर अंडर रूट दे विच 5 का स्क्वायर अंडर रूट दे विच। ठीक है, अगे हल करांगे 12 की 12 स्क्वायर करांगे तो कितना आऊगा 144 आऊगा, 5 की 5 ना करांगे कितना आऊगा 25 आऊगा। ठीक है, जोड़ांगे तो कितना बन गया अपने कोले 169 बन गया। ठीक है, 169 किहदा स्क्वायर हुंदा अपने कोले 13 का, 169 किहदा स्क्वायर हुंदा अपने कोले 13 का, तो अपने को आंसर कितना आऊगा 13 दे 13 मीटर। देखो अपना किहड़ा गा सी वाला आंसर, इनू आपां मार्क करांगे। ठीक है, हुण इहदे रिलेटेड आपां अगला सवाल देखते हैं। अगले सवाल दे विच देखो आपां नूं की दित्ता होएगा। देखो ये की आ एक गिणत ते अंग्रेजी का एक सांझी प्रीख्या हुई। ठीक है, देखो अपने को प्रीख्या किहड़ी हुई है, एक गिणत की हुई है, एक अपने को इंग्लिश की हुई आ अंग्रेजी की। ਉਹਦੇ ਵਿੱਚੋਂ देखो राणी ने की किया गा हिसाब ਵਿੱਚੋਂ किन्ने नंबर आए ने 36 नंबर आए कि 100 ਦੇ ਵਿੱਚੋਂ 100 ਦੇ ਵਿੱਚੋਂ किन्ने नंबर आए ने 36 नंबर आए हैं। ਅਤੇ ਉਸਨੇ अंग्रेजी का जिहड़ा पेपर ਸੀ ਉਹ किन्ने ਦਾ ਸੀ 150 ਦਾ। ਉਹਦੇ ਵਿੱਚੋਂ किन्ने अंक प्राप्त करे कि वो जिहड़े कुल ने वो किन्ने बन जाण 42% बन जाण। हुण देखो जिहड़ा अपना पेपर सी, सब तो पहला अपना गिणत का पेपर की गल करिए आपां। गिणत का जिहड़ा अपने कोल पेपर सी मैथ का वो किन्ने दा सी 100 नंबर का सी, ते अपने कोल जिहड़ा अंग्रेजी का सी इंग्लिश का पेपर सी वो अपने कोल किन्ने दा सी 150 नंबर का सी। ठीक है, देखो लिखा होया है कि 150 के विचों किन्ने नंबर ले, तो कुल पेपर किन्ने दा सी 150 का। अगर आप कुल जोड़ करिए तो जोड़ किन्ना होगा अपने को 250। तो देखो जो दोनों पेपर ने दोनों पेपरों के जोड़े अंक सी वो किन्ने सी अपने को कुल 250। हुण पहला आप देखते हैं उन्होंने चाहिए किन्ने ने 42%, दोवां दे विचों 42% हो जाने चाहिए ने। देखो आप कहांगे जे दा आप 42% कड्ढना गा 250 का 42% कड्ढना गा बट आप 100 लवांगे किन्ने परसेंट कड्ढना होंदा उहदी गुणा करते होने। ठीक है, किसी भी अंक का जिन्ने भी परसेंट कड्ढना गा बटा 100 ला के जिन्ने परसेंट कटते हैं गुणा। देखो आ जीरो के नाल जीरो कट्टेगी, 5 ना कट्टांगे 5 दूनी 10 आ गया, 5 5 किन्ना आ गया 25 आ गया। देखो 2 दे नाल कट्टांगे तो किन्ना आ गया अपने को 21 आ गया। 21 के जो 5 के नाल गुणा करांगे देखो 100 105 आ गया। ठीक है, 21 की जो 5 के नाल गुणा करांगे तो किन्ना होगा अपने को 105 आऊगा। तो देखो उन्होंने नंबर किन्ने लेने चाहिए 105, पर उन्होंने किहदे विचों आ मैथ दे विचों गिणत दे विचों किन्ने नंबर आया 36 नंबर आए हुए। देखो कुल नंबर उन्होंने लैण की जरूरत सी 105, जद कि उन्होंने 36 नंबर आए हुए ने, तो जिहड़े बाकी नंबर रह जाणगे वो उन्होंने किस विचों लैणे पैणगे, वो उन्होंने अंग्रेजी दे विचों लैणे पैणगे। देखो मैथ्स करांगे तो अपने को 15 किन्ना वड़ गया 9, आ किन्ना 9 दे विचों किन्ना आ गया अपने को 9 ਦੇ ਵਿੱਚ 3 ਕੱਢਿਆ ਕਿੰਨਾ ਆ ਗਿਆ 6। ਤਾਂ ਆਪਣਾ ਆਨਸਰ ਕੀ ਆਊਗਾ 69, ਜਿਹੜਾ ਆਪਣਾ ਪਹਿਲਾ ਆਨਸਰ ਆ ਇਹ ਆਪਾਂ ਮਾਰਕ ਕਰਾਂਗੇ, ਇਹਦੇ ਵਿੱਚ ਆਪਣਾ ਪਹਿਲਾ ਆਨਸਰ ਆਊਗਾ। ਠੀਕ ਆ, ਹੁਣ ਆਪਾਂ ਅਗਲਾ ਸਵਾਲ ਚੈੱਕ ਕਰਦੇ ਹਾਂ। ਅਗਲੇ ਸਵਾਲ ਦੇ ਵਿੱਚ ਦੇਖੋ ਆਪਣੇ ਕੋਲ ਕੀ ਦਿੱਤਾ ਹੋਏਗਾ।
ਅੱਛਾ, ਇਹ ਆਪਣੇ ਸਵਾਲ ਕੰਪਲੀਟ ਹੋ ਗਏ। ਇਹ ਜਿਹੜੇ ਆਪਣੇ ਸਵਾਲ ਸੀ ਸਾਰੇ ਜਿਹੜੇ ਆਪਣੇ ਪੇਪਰਾਂ ਦੇ ਵਿੱਚ ਰਿਪੀਟ ਹੋ ਰਿਹਾ, ਜਿਸ ਤਰ੍ਹਾਂ ਆਪਣਾ ਪੀਐਸ ਟੈਟ ਪੇਪਰ ਆ ਰਿਹਾ, ਉਹਦੇ ਵਿੱਚ ਪਿਛਲੇ ਵਾਰ ਵੀ ਇਹ ਪੇਪਰ ਦੇ ਵਿੱਚ ਆਪਣੇ ਕੋਲ ਸਵਾਲ ਆਏ ਸੀ। ਇਹਦੇ ਰਿਲੇਟਡ ਆਪਾਂ ਨੂੰ ਹੁਣ ਵੀ ਪੇਪਰ ਦੇ ਵਿੱਚ ਸਵਾਲ ਮਿਲਣਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਥੈਂਕ ਯੂ। ਕਰ ਲਈ।